ਸੰਬੰਧਿਤ ਵਿਸ਼ੇ ਦੀ ਚੀਰ ਫਾੜ ਕਰਨ ਤੋਂ ਪਹਿਲਾਂ ਜਰਾ ਕੋਈ ਇਸ ਵਿਸ਼ੇ ਦੀ ਸੰਖੇਪ ਜਿਹੀ ਵਿਆਖਿਆ ਕਰ ਲਈਏ। ਜ਼ਿੰਦਗੀ ਬੱਚਿਆਂ ਦੀ ਕੋਈ ਖੇਡ ਨਹੀਂ ਹੈ ਕਿ ਬਹੁਤ ਸਮਾਂ ਖੇਡਣ ਤੋਂ ਬਾਅਦ ਤੁਸੀਂ ਆਖੋ ਕਿ ਨਹੀਂ ਯਾਰ, ਖੇਡਣ ਦਾ ਆਨੰਦ ਨਹੀਂ ਆਇਆ, ਸੋ ਮੈਂ ਹੁਣ ਸ਼ੁਰੂ ਤੋਂ ਦੁਬਾਰਾ ਖੇਡਣਾ ਚਾਹਾਂਗਾ। ਜ਼ਿੰਦਗੀ ਜਿਵੇਂ ਜਿਵੇਂ ਬੁਢੇਪੇ ਵੱਲ ਵੱਧਦੀ ਹੈ, ਬੀਤੇ ਸਮਿਆਂ ਦੀਆਂ ਕੇਵਲ ਯਾਦਾਂ ਹੀ ਰਹਿ ਜਾਂਦੀਆਂ ਹਨ। ਬਹੁਤ ਲੋਕੀ ਬੀਤਿਆਂ ਸਮਿਆਂ ਨੂੰ ਯਾਦ ਹੀ ਨਹੀਂ ਕਰਨਾ ਚਾਹੁੰਦੇ, ਕਿਉਂਕਿ ਉਹ ਆਖ ਛੱਡਦੇ ਹਨ ਕਿ ਮਨ ਹੀ ਦੁਖੀ ਹੋਣਾ ਹੈ। ਆਪਣੇ ਸਹਿਪਾਠੀ ਅਤੇ ਬਚਪਨ ਦੇ ਸਾਥੀ ਹਰਦੀਪ ਨੂੰ ਮੈਂ ਇੱਕ ਵਾਰੀ ਆਖਿਆ ਕਿ ਚੱਲ ਯਾਰ ਆਪਾਂ ਆਪਣਾ ਸਕੂਲ ਦੇਖ ਆਈਏ। ਉਹ ਪਿੱਪਲ ਅੱਜ ਵੀ ਉਸੇ ਥੜੇ ਉੱਤੇ ਮੌਜੂਦ ਹੈ ਜਿਸ ਹੇਠ ਸਾਡੀ ਪਹਿਲੀ ਜਮਾਤ ਲੱਗਿਆ ਕਰਦੀ ਸੀ। ਤਦ ਹਰਦੀਪ ਨੇ ਕਿਹਾ ਕਿ ਛੱਡ ਪਰੇ, ਐਵੇਂ ਮਨ ਦੁਖੀ ਹੋ ਜਾਂਦਾ ਹੈ। ਸੋ ਇੱਥੇ ਮਨ ਦੁਖੀ ਹੋਣ ਦਾ ਕਾਰਨ ਬੀਤਿਆ ਹੋਇਆ ਸੁਖਾਵਾਂ ਸਮਾਂ ਹੈ। ਠੀਕ ਇਸ ਤਰ੍ਹਾਂ ਹੀ ਬੀਤਿਆ ਹੋਇਆ ਕੋਈ ਦੁਖਾਵਾਂ ਸਮਾਂ ਯਾਦ ਕਰਨ ਨਾਲ ਵੀ ਲੋਕੀ ਉਦਾਸ ਪਰੇਸ਼ਾਨ ਹੋ ਜਾਂਦੇ ਹਨ। ਪਰ ਬੀਤੇ ਸਮੇਂ ਨੂੰ ਯਾਦ ਕਰਕੇ ਦੁਖੀ ਹੋਣ ਦਾ ਤੀਜਾ ਕਾਰਨ ਹੈ ਪਛਤਾਵਾ। ਹੁਣ ਇਹ ਪਛਤਾਵਾ ਵੀ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਪਛਤਾਵਾ ਅਜਿਹਾ ਹੁੰਦਾ ਹੈ ਜਿਸ ਤੋਂ ਛੁਟਕਾਰਾ ਪਾਉਣਾ ਸੰਭਵ ਹੁੰਦਾ ਹੈ। ਕਿਉਂਕਿ ਉਹ ਕੋਈ ਬੌਧਿਕ ਅਤੇ ਸਾਹਸੀ ਇਨਸਾਨ ਆਪਣੇ ਅਤੀਤ ਦੀ ਕਿਸੇ ਗਲਤੀ ਜਾਂ ਭੁੱਲ ਨੂੰ ਸਵੀਕਾਰ ਕਰਦਾ ਹੋਇਆ ਬੀਤੇ ਨਾਲੋਂ ਬਿਲਕੁਲ ਹੀ ਉਲਟ ਕੁਝ ਨਵਾਂ ਕਰ ਦਿਖਾਉਂਦਾ ਹੈ, ਜਿਸ ਨਾਲ ਉਹ ਆਪਣੇ ਅਤੀਤ ਦੀ ਹਿੱਕ ਉੱਤੇ ਆਪਣੇ ਵਰਤਮਾਨ ਅਸਤਿਤਵ ਦਾ ਦੀਵਾ ਇਸ ਤਰ੍ਹਾਂ ਬਾਲ ਦਿੰਦਾ ਹੈ ਕਿ ਉਸ ਦਾ ਅਤੀਤ ਹਨੇਰ ਦੀ ਬੁੱਕਲ ਵਿੱਚ ਸਿਮਟ ਕੇ ਹੀ ਰਹਿ ਜਾਂਦਾ ਹੈ। ਪਰ ਦੂਜੀ ਕਿਸਮ ਦਾ ਪਛਤਾਵਾ ਅਜਿਹਾ ਹੁੰਦਾ ਹੈ ਜਿਸ ਵਿੱਚੋਂ ਨਿਕਲਣਾ ਕਦੇ ਸੰਭਵ ਹੀ ਨਹੀਂ ਹੁੰਦਾ, ਕਿਉਂਕਿ ਉਹ ਸਮਾਂ, ਸਥਿਤੀ ਜਾਂ ਉਹ ਮੌਕਾ ਅਤੇ ਉਹ ਲੋਕ ਹੀ ਨਹੀਂ ਰਹੇ ਹੁੰਦੇ ਜਦ ਸੰਬੰਧਿਤ ਇਨਸਾਨ ਨੇ ਕੁਝ ਗਲਤ ਕੀਤਾ ਹੁੰਦਾ ਹੈ। ਬਸ ਉਸ ਨੂੰ ਲਾਹਣਤਾ ਪਾਉਣ ਵਾਲਾ ਸਭ ਕੁਝ ਨਵਾਂ ਹੀ ਹੁੰਦਾ ਹੈ। ਸੋ ਹੁਣ ਸਵਾਲ ਹੈ ਕਿ ਜ਼ਿੰਦਗੀ ਨੂੰ ਕਿਸ ਤਰ੍ਹਾਂ ਮਾਣਿਆ ਜਾਵੇ ਜਿਸ ਨਾਲ ਬੀਤਿਆ ਸੁਖਾਵਾਂ ਦੁਖਾਵਾਂ ਸਮਾਂ ਅਤੇ ਬੀਤੇ ਸਮੇਂ ਦਾ ਕੋਈ ਵੀ ਪਛਤਾਵਾ ਸਾਡੇ ਲਈ ਸਾਡੀ ਬਚਦੀ ਜ਼ਿੰਦਗੀ ਨੂੰ ਜੀਣਾ ਮੁਸ਼ਕਲ ਨਾ ਬਣਾਵੇ। ਸਗੋਂ ਅਸੀਂ ਚੰਗੀ ਤਰ੍ਹਾਂ ਖਾ ਪੀ ਕੇ ਸੰਤੁਸ਼ਟ ਹੋਏ ਇਨਸਾਨ ਵਰਗੇ ਹੋ ਜਾਈਏ, ਜਿਸ ਦਾ ਮੁੜ ਬੇਵਕਤ ਖਾਣ ਪੀਣ ਵੱਲ ਕੋਈ ਧਿਆਨ ਹੀ ਨਾ ਜਾਂਦਾ ਹੋਵੇ। ਇੱਥੇ ਅਸੀਂ ਪਹਿਲਾਂ ਸਾਡੇ ਸਮਾਜ ਵਿੱਚ ਬੜੇ ਜ਼ੋਰ ਸ਼ੋਰ ਨਾਲ ਪ੍ਰਚਲਿਤ ਜ਼ਿੰਦਗੀ ਮਾਣਨ ਦੇ ਦੋ ਰਾਹ ਲੈਂਦੇ ਹਾਂ, ਜਿਨ੍ਹਾਂ ਬਾਰੇ ਚਰਚਾ ਕਰਨ ਤੋਂ ਬਾਅਦ ਹੀ ਅਸੀਂ ਆਪਣੀ ਉਸ ਚਰਚਾ ਵੱਲ ਅੱਗੇ ਵਧਾਂਗੇ, ਜਿਸ ਵਿੱਚ ਅਸੀਂ ਆਪਣੀ ਪ੍ਰਤੀਕਿਰਿਆ ਦੇਣੀ ਹੈ ਕਿ ਜ਼ਿੰਦਗੀ ਮਾਣਨ ਦਾ ਇੱਕੋ ਇੱਕ ਰਾਹ ਕਿਹੜਾ ਹੈ। ਜ਼ਿੰਦਗੀ ਮਾਣਨ ਦਾ ਇੱਕ ਰਾਹ ਤੁਹਾਨੂੰ ਕੋਈ ਵੀ ਦੱਸ ਸਕਦਾ ਹੈ, ਕੋਈ ਵੀ ਤੋਂ ਭਾਵ ਕੋਈ ਵੀ ਅਜਿਹਾ ਇਨਸਾਨ ਜਿਹੜਾ ਇਸ ਸਵਾਲ ਦਾ ਜਵਾਬ ਵੀ ਨਾ ਦੇ ਸਕੇ ਕਿ ਇਨਸਾਨ ਦੇ ਸਿਰ ਕਿਉਂ ਹੁੰਦਾ ਹੈ। ਉਹ ਆਪਣੇ ਦ੍ਰਿੜ ਸਵੈ ਭਰੋਸੇ ਨਾਲ ਤੁਹਾਡੇ ਸਵਾਲ ਦਾ ਜਵਾਬ ਦੇਵੇਗਾ ਕਿ ਜ਼ਿੰਦਗੀ ਮਾਣਨ ਲਈ ਇਨਸਾਨ ਕੀ ਕਰੇ। ਖਾਓ ਪੀਓ, ਮੌਜ ਉਡਾਓ, ਆਪਣੇ ਘਰ ਜਾਂ ਬਾਹਰ ਦੇਸ਼ ਦੁਨੀਆ ਵਿੱਚ ਕੀ ਚੱਲ ਰਿਹਾ ਹੈ ਇਸ ਬਾਰੇ ਕਦੇ ਨਾ ਸੋਚੋ। ਦੁਨੀਆ ਦੀ ਕੋਈ ਪਰਵਾਹ ਨਾ ਕਰੋ। ਇੱਥੇ ਕੁਝ ਨਹੀਂ ਪਤਾ ਲੱਗਦਾ ਕਿ ਕੀ ਸਹੀ ਹੈ ਤੇ ਕੀ ਗਲਤ। ਇਸ ਤੋਂ ਵੱਧ ਉਹ ਤੁਹਾਨੂੰ ਆਖ ਸਕਦਾ ਹੈ ਕਿ ਹਰ ਕੋਈ ਆਪੋ ਆਪਣੀ ਥਾਂ ਸਹੀ ਹੁੰਦਾ ਹੈ, ਸੋ ਐਵੇਂ ਕਿਸੇ ਬਾਰੇ ਸੋਚ ਕੇ ਬੇਵਜ੍ਹਾ ਚਿੰਤਾ 'ਚ ਨਹੀਂ ਮਰਨਾ ਚਾਹੀਦਾ। ਚਿੰਤਾ ਚਿਤਾ ਸਮਾਨ ਹੁੰਦੀ ਹੈ। ਜੇ ਇਹ ਬਹੁਤ ਹੀ ਸਿਰ ਚੜ੍ਹੇ ਤਦ ਇਸ ਤੋਂ ਬਚਣ ਲਈ ਪੈਗ ਸ਼ੈਗ ਲਾ ਲਿਆ ਕਰੋ।
ਸਭ ਕੁਝ ਜਾਣਨ ਵਾਲਾ ਅਤੇ ਸਭ ਕੁਝ ਕਰਨ ਕਰਾਉਣ ਵਾਲਾ ਉਹ ਰੱਬ ਹੈ, ਜਿਹੜਾ ਬੰਦੇ ਦੇ ਪਿਛਲੇ ਜਨਮਾਂ ਦਾ ਫਲ ਹੁੰਦਾ ਹੈ ਅਤੇ ਜੋ ਕੁਝ ਰੱਬ ਨੇ ਬੰਦੇ ਦੀ ਕਿਸਮਤ ਵਿੱਚ ਲਿਖ ਦਿੱਤਾ ਉਹ ਹੋ ਕੇ ਹੀ ਰਹਿੰਦਾ ਹੈ। ਇਹ ਉਸ ਇਨਸਾਨ ਦੀ ਸਮਝ ਹੋਵੇਗੀ ਜਿਹੜਾ ਤੁਹਾਡੇ ਸਵਾਲ ਦਾ ਜਵਾਬ ਦੇਵੇਗਾ। ਪਰ ਜ਼ਿੰਦਗੀ ਮਾਣਨ ਦਾ ਦੂਜਾ ਰਾਹ ਇਹ ਹੈ ਕਿ ਵੱਧ ਤੋਂ ਵੱਧ ਮਿਹਨਤ ਕਰੋ ਅਤੇ ਕਿਸੇ ਵੀ ਸਿੱਧੇ ਜਾਂ ਅਸਿੱਧੇ ਢੰਗ ਨਾਲ ਖੂਬ ਪੈਸਾ ਕਮਾਓ, ਜਿਸ ਨਾਲ ਸਾਡੇ ਕੋਲ ਨਵੇਂ ਜ਼ਮਾਨੇ ਦੀ ਹਰ ਸੁੱਖ ਸਹੂਲਤ ਹੋਵੇ, ਸਾਡਾ ਮਕਾਨ ਜਾਂ ਕੋਠੀ ਬੇਮਿਸਾਲ ਹੋਵੇ, ਬੇਹੱਦ ਸੋਹਣਾ ਜੀਵਨ ਸਾਥੀ ਹੋਵੇ, ਸਾਡੀ ਕਰੋੜ ਅਰਬਪਤੀ ਅਤੇ ਰਾਜਸੀ ਚਿਹਰਿਆਂ ਨਾਲ ਬੈਠ ਉੱਠ ਹੋਵੇ। ਪੈਸਾ ਕਮਾਉਣ ਦੀ ਦੌੜ ਵਿੱਚ ਅਸੀਂ ਸਭ ਨੂੰ ਪਛਾੜ ਕੇ ਉਸ ਮੰਜ਼ਿਲ ਉੱਤੇ ਪਹੁੰਚ ਜਾਈਏ ਜਿੱਥੇ ਸਾਨੂੰ ਹੋਰ ਤੋਂ ਹੋਰ ਅਮੀਰ ਬਣਨ ਲਈ ਕੋਈ ਕਿਰਤ ਹੀ ਨਾ ਕਰਨੀ ਪਵੇ, ਕੋਈ ਕੰਮ ਹੀ ਨਾ ਕਰਨਾ ਪਵੇ, ਕੱਖ ਭੰਨ ਕੇ ਦੂਰਾ ਨਾ ਕਰਨਾ ਪਵੇ। ਸਗੋਂ ਹਰ ਚੜ੍ਹੇ ਮਹੀਨੇ ਲੱਖਾਂ ਕਰੋੜਾਂ ਦੀ ਕਮਾਈ ਸਾਡੇ ਕੋਲ ਉਹਨਾਂ ਲੋਕਾਂ ਦੀ ਪਹੁੰਚਦੀ ਰਹੇ ਜਿਹੜੇ ਆਪੋ ਆਪਣੇ ਪੇਟ ਭਰਨ ਲਈ ਸਾਡੇ ਅਹਿਸਾਨ ਹੇਠ ਕੰਮ ਕਰ ਰਹੇ ਹੋਣਗੇ। ਕਿਉਂਕਿ ਇਸ ਪੂੰਜੀਵਾਦੀ ਦੌਰ ਵਿੱਚ ਤਰੱਕੀ ਦੀ ਪਰਿਭਾਸ਼ਾ ਕੇਵਲ ਇਹ ਹੀ ਹੈ ਸਾਥੀਓ ਕਿ ਮੁਕਾਬਲੇ ਵਿੱਚ ਆਉਣ ਵਾਲੇ ਸਭ ਲੋਕਾਂ ਨੂੰ ਲਤਾੜੋ ਪਛਾੜੋ ਅਤੇ ਤੁਹਾਡੇ ਕੋਲ ਜੀਵਨ ਦੀਆਂ ਸੁੱਖ ਸਹੂਲਤਾਂ ਅਜਿਹੀਆਂ ਹੋਣ ਜੋ ਕਿਸੇ ਹੋਰ ਕੋਲ ਨਾ ਹੋਣ। ਉਦਾਹਰਨ ਨਾਲ ਸਮਝੋ ਕਿ ਤੁਹਾਡੇ ਕੋਲ ਜੋ ਗੱਡੀ ਹੈ ਉਹ ਕਿਸੇ ਵੀ ਹੋਰ ਇਨਸਾਨ ਕੋਲ ਨਾ ਹੋਵੇ। ਜੇਕਰ ਹੋਵੇ ਤਾਂ ਤੁਹਾਨੂੰ ਪਹਿਲੀ ਗੱਡੀ ਨਾਲੋਂ ਹੋਰ ਵੀ ਮਹਿੰਗੀ ਗੱਡੀ ਖਰੀਦਣ ਲਈ ਮਜਬੂਰ ਹੋਣਾ ਪਵੇਗਾ, ਜਿਸ ਦੇ ਲਈ ਕਰਜ਼ਈ ਹੋਣਾ ਵੀ ਮਨਜ਼ੂਰ। ਦੋ ਆਦਮੀ ਕਿਸੇ ਇੱਕ ਹੀ ਘਰ ਵਿਆਹੇ ਹੋਣ ਅਤੇ ਉਹਨਾਂ ਦੇ ਸਹੁਰੇ ਪਰਿਵਾਰ ਵਿੱਚ ਅਜਿਹੀ ਚਰਚਾ ਹੋਣ ਲੱਗੇ ਕਿ ਸਾਡਾ ਛੋਟਾ ਜਵਾਈ ਗੱਡੀ 'ਚ ਘੁੰਮਦਾ ਹੈ ਪਰ ਵੱਡੇ ਕੋਲ ਆਪਣੇ ਪਿਓ ਦਾਦੇ ਵਾਲਾ ਮੋਟਰਸਾਈਕਲ ਹੀ ਹੈ, ਤਦ ਇਸ ਨਾਲ ਉਸ ਘਰ ਦੇ ਵੱਡੇ ਜਵਾਈ ਲਈ ਨੱਕ ਡਬੋ ਕੇ ਮਰਨ ਵਾਲੀ ਸਥਿਤੀ ਪੈਦਾ ਹੋ ਜਾਵੇਗੀ। ਇਸ ਦੌਰ ਵਿੱਚ ਕੇਵਲ ਇਹ ਹੀ ਇਨਸਾਨ ਦੀ ਤਰੱਕੀ ਹੈ ਅਤੇ ਇਸ ਤੋਂ ਬਿਨਾਂ ਇਸ ਪੂੰਜੀਵਾਦੀ ਦੌਰ ਵਿੱਚ ਤਰੱਕੀ ਦੀ ਹੋਰ ਕੋਈ ਪਰਿਭਾਸ਼ਾ ਨਹੀਂ ਹੈ। ਪਰ ਇਸ ਤੱਥ ਦਾ ਖੰਡਨ ਕਰਨ ਵਾਲੇ ਆਮ ਮਿਲਦੇ ਹਨ ਜਿਹੜੇ ਆਪਾ ਵਿਰੋਧੀ ਵਿਚਾਰ ਪੇਸ਼ ਕਰਦੇ ਰਹਿੰਦੇ ਹਨ ਕਿ ਨਹੀਂ ਯਾਰ, ਅਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਹਾਂ, ਅਸੀਂ ਤਾਂ ਚਾਹੁੰਦੇ ਹਾਂ ਕਿ ਹਰ ਇਨਸਾਨ ਤਰੱਕੀ ਕਰੇ ਅਤੇ ਸਭ ਲੋਕ ਸੁਖੀ ਵਸਣ। ਜੇਕਰ ਅਜਿਹਾ ਹੈ ਤਾਂ ਦੱਸੋ ਕਿ ਜਦ ਕਦੇ ਤੁਸੀਂ ਨਕਸ਼ੇ ਮੁਤਾਬਕ ਆਪਣਾ ਉੱਚਾ ਅਤੇ ਸ਼ਾਨਦਾਰ ਮਕਾਨ ਉਸਾਰਨ ਦੀ ਯੋਜਨਾ ਬਣਾ ਰਹੇ ਹੁੰਦੇ ਹੋ ਤਦ ਕੀ ਕਦੇ ਤੁਹਾਡੇ ਲਈ ਇਹ ਚਿੰਤਾ ਦਾ ਵਿਸ਼ਾ ਬਣਿਆ ਹੈ ਕਿ ਲੱਖਾਂ ਲੋਕ ਸੜਕਾਂ ਤੇ ਸੌਣ ਵਾਲੇ ਹਨ? ਕਿੰਨੇ ਹੀ ਗੰਦੀਆਂ ਥਾਵਾਂ ਦੇ ਵਸਨੀਕ ਹਨ, ਕਿੰਨੇ ਹੀ ਅਜਿਹੇ ਲੋਕ ਹਨ ਜਿਨ੍ਹਾਂ ਦੇ ਮਕਾਨਾਂ ਦੀਆਂ ਛੱਤਾਂ ਅਤੇ ਕੰਧਾਂ ਉਹਨਾਂ ਨੂੰ ਮੀਂਹ ਹਨੇਰੀ ਤੋਂ ਵੀ ਨਹੀਂ ਬਚਾ ਸਕਦੀਆਂ। ਕੀ ਤੁਸੀਂ ਕਦੇ ਸੋਚਿਆ ਹੈ ਕਿ ਅਜਿਹਾ ਕਿਉਂ ਹੈ? ਹੁਣ ਇਸ ਸੰਬੰਧ ਵਿੱਚ ਇਹ ਕਹਿਣਾ ਗੈਰ ਜ਼ਿੰਮੇਵਾਰ ਅਤੇ ਨਿੱਜਵਾਦੀ ਲੋਕਾਂ ਦੀ ਪਛਾਣ ਹੈ ਕਿ ਜੀ ਲੋਕਾਂ ਦੀ ਅਜਿਹੀ ਹਾਲਤ ਦੇ ਜ਼ਿੰਮੇਵਾਰ ਅਸੀਂ ਜਾਂ ਅਮੀਰ ਲੋਕ ਨਹੀਂ, ਸਗੋਂ ਉਹਨਾਂ ਦੀ ਕਿਸਮਤ ਹੈ, ਕੋਈ ਪਿਛਲੇ ਜਨਮ ਦਾ ਫਲ ਹੈ, ਕਰਨ ਕਰਾਉਣ ਵਾਲਾ ਉੱਪਰ ਬੈਠਾ ਹੈ ਅਤੇ ਉਹ ਜਿੱਥੇ ਰੱਖਦਾ ਹੈ ਉੱਥੇ ਹੀ ਰਹਿਣਾ ਪੈਂਦਾ ਹੈ। ਆਪਣੇ ਨਕਸ਼ੇ ਮੁਤਾਬਕ ਉੱਚਾ ਅਤੇ ਸ਼ਾਨਦਾਰ ਮਕਾਨ ਉਸਾਰਨ ਦੀ ਯੋਜਨਾ ਬਣਾਉਣ ਸਮੇਂ ਕੀ ਕਦੇ ਤੁਸੀਂ ਅਜਿਹਾ ਸੋਚਿਆ ਹੈ ਕਿ ਅਜਿਹਾ ਕੀ ਕੀਤਾ ਜਾ ਸਕਦਾ ਹੈ ਜਿਸ ਨਾਲ ਇਸ ਤਰ੍ਹਾਂ ਦਾ ਮਕਾਨ ਹਰ ਇਨਸਾਨ ਨੂੰ ਮਿਲ ਸਕੇ ਜਿਸ ਤਰ੍ਹਾਂ ਦਾ ਤੁਸੀਂ ਚਾਹੁੰਦੇ ਹੋ? ਨਹੀਂ, ਸਗੋਂ ਅਜਿਹਾ ਸੋਚਣ ਦਾ ਸੁਝਾਅ ਦੇਣ ਵਾਲੇ ਉੱਤੇ ਤੁਹਾਨੂੰ ਹਾਸਾ ਹੀ ਆ ਸਕਦਾ ਹੈ ਕਿ ਇਹ ਬੰਦਾ ਕਿਹੋ ਜਿਹੀ ਘਟੀਆ ਗੱਲ ਕਰ ਰਿਹਾ ਹੈ, ਕਿਹੋ ਜਿਹਾ ਘਟੀਆ ਮਜ਼ਾਕ ਕਰ ਰਿਹਾ ਹੈ। ਹਾਂ, ਤੁਹਾਡੇ ਤੋਂ ਅਜਿਹੀ ਉਮੀਦ ਕੀਤੀ ਜਾ ਸਕਦੀ ਹੈ ਕਿਉਂਕਿ ਇਹ ਦੌਰ ਵਿਅਕਤੀਵਾਦ ਦਾ ਹੈ, ਸਮਾਜਵਾਦ ਦਾ ਨਹੀਂ। ਇੱਥੇ ਤਰੱਕੀ ਦੀ ਕੇਵਲ ਇੱਕ ਹੀ ਪਰਿਭਾਸ਼ਾ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ।
ਪੈਸਾ ਬਚਾਉਣ ਦੇ ਢੰਗ, ਪੈਸਾ ਕਮਾਉਣ ਜਾਂ ਅਮੀਰ ਕਰੋੜਪਤੀ ਬਣਨ ਦੇ ਢੰਗ ਆਦਿ ਅਜਿਹੀਆਂ ਕਿਤਾਬਾਂ ਉਹ ਖੂਬ ਪੜ੍ਹਦੇ ਹਨ। ਸੋ ਜ਼ਿੰਦਗੀ ਮਾਣਨ ਦਾ ਇਹ ਦੂਜਾ ਰਾਹ ਚੁਣਨ ਵਾਲੇ ਲੋਕ ਵੱਧ ਤੋਂ ਵੱਧ ਪੈਸਾ ਕਮਾਉਣ ਦੀ ਦੌੜ ਵਿੱਚ ਆਪਣੇ ਸੁਪਨੇ ਸਾਕਾਰ ਕਰਨ ਲਈ ਦੋ ਢੰਗ ਅਪਣਾਉਣ ਦੀ ਲੋੜ ਵੀ ਮਹਿਸੂਸ ਕਰਨ ਲੱਗਦੇ ਹਨ ਕਿ ਸ਼ਾਇਦ ਇਹ ਦੋ ਤਰੀਕੇ ਵੀ ਉਹਨਾਂ ਦੀ ਤਰੱਕੀ ਲਈ ਸਹਾਇਕ ਹੋ ਸਕਣ। ਇਹਨਾਂ ਵਿੱਚੋਂ ਇੱਕ ਤਰੀਕਾ ਹੈ ਮੋਟੀਵੇਸ਼ਨਲ, ਭਾਵ ਪ੍ਰੇਰਨਾਦਾਇਕ ਕਿਤਾਬਾਂ ਪੜ੍ਹਨਾ ਅਤੇ ਪ੍ਰੇਰਨਾਦਾਇਕ YouTube ਵੀਡੀਓਜ਼ ਦੇਖਣਾ ਸੁਣਨਾ, ਜਿਨ੍ਹਾਂ ਵਿੱਚ ਉਹਨਾਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਮਨੁੱਖ ਦੇ ਅੰਦਰ ਹੀ ਇੱਕ ਅਜਿਹੀ ਰਹੱਸਮਈ ਸ਼ਕਤੀ ਹੈ ਜਿਸ ਨਾਲ ਉਹ ਆਪਣੇ ਜੀਵਨ ਦੀ ਹਰ ਮਨੋਕਾਮਨਾ ਪੂਰੀ ਕਰ ਸਕਦਾ ਹੈ। ਇਹ ਰਹੱਸ ਹੈ ਮਨੁੱਖ ਦੀ ਸਕਾਰਾਤਮਕ ਸੋਚ ਅਤੇ ਆਕਰਸ਼ਣ ਦਾ ਸਿਧਾਂਤ। ਮਨੁੱਖ ਲਈ ਆਕਰਸ਼ਣ ਦੇ ਸਿਧਾਂਤ ਦੀ ਮਹੱਤਤਾ ਦਾ ਦਾਅਵਾ ਕਰਦੇ ਹੋਏ ਉਹ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹਨ ਕਿ ਦੇਖੋ, ਸਾਰਾ ਬ੍ਰਹਿਮੰਡ ਹੀ ਆਕਰਸ਼ਣ ਦੇ ਸਿਧਾਂਤ ਨਾਲ ਕਾਰਜਸ਼ੀਲ ਹੈ, ਸੋ ਭਲਾ ਇਹ ਅਦਭੁਤ ਸ਼ਕਤੀ ਮਨੁੱਖ ਲਈ ਮਹੱਤਵਪੂਰਨ ਕਿਉਂ ਨਹੀਂ ਹੋ ਸਕਦੀ। ਸਕਾਰਾਤਮਕ ਸੋਚ ਸੰਬੰਧੀ ਇਹ ਪ੍ਰਚਾਰਿਆ ਜਾਂਦਾ ਹੈ ਕਿ ਜੇਕਰ ਕੋਈ ਮਨੁੱਖ ਹਮੇਸ਼ਾ ਖੁਸ਼ ਅਤੇ ਆਸ਼ਾਵਾਦੀ ਰਹੇ ਅਤੇ ਦ੍ਰਿੜ ਭਰੋਸਾ ਰੱਖੇ ਕਿ ਉਹ ਜ਼ਿੰਦਗੀ ਵਿੱਚ ਕੁਝ ਵੀ ਹਾਸਲ ਕਰ ਸਕਦਾ ਹੈ, ਤਦ ਪੂਰੀ ਕੁਦਰਤ ਹੀ ਉਸ ਦੀਆਂ ਇੱਛਾਵਾਂ ਪੂਰੀਆਂ ਕਰਨ ਦੇ ਕਾਰਜ ਵਿੱਚ ਰੁੱਝ ਜਾਂਦੀ ਹੈ। ਹਕੀਕਤ ਇਹ ਹੈ ਕਿ ਅਜਿਹੀ ਭਟਕਾਊ ਸਿੱਖਿਆ ਪਿੱਛੇ ਉਹਨਾਂ ਮੁੱਠੀ ਭਰ ਧਨਾੜ ਲੋਕਾਂ ਦੇ ਹੀ ਹਿੱਤ ਛੁਪੇ ਹੁੰਦੇ ਹਨ, ਜਿਹੜੇ ਪੂਰੇ ਦੇਸ਼ ਦੇ ਮਿਹਨਤਕਸ਼ ਲੋਕਾਂ ਨੂੰ ਸਰੀਰਕ ਮਾਨਸਿਕ ਤੌਰ ਤੇ ਆਪਣੇ ਅਧੀਨ ਰੱਖ ਕੇ ਉਹਨਾਂ ਦੀ ਲੁੱਟ ਨਾਲ ਆਪਣੇ ਨਿੱਜੀ ਸਵਾਰਥ ਪੂਰੇ ਕਰਨ ਲਈ ਰਾਜਸੀ ਜਮਾਤ ਪੈਦਾ ਕਰਦੇ ਹਨ, ਭਾਵ ਸਰਕਾਰਾਂ ਬਣਾਉਂਦੇ ਹਨ। ਹੁਣ ਜਿੱਥੋਂ ਤੱਕ ਬ੍ਰਹਿਮੰਡ ਵਿੱਚ ਆਕਰਸ਼ਣ ਦੇ ਸਿਧਾਂਤ ਦੀ ਗੱਲ ਹੈ, ਆਕਰਸ਼ਣ ਦਾ ਸਿਧਾਂਤ ਪਦਾਰਥ ਦਾ ਦੂਜੇ ਪਦਾਰਥ ਵੱਲ ਖਿੱਚ ਦਾ ਸਿਧਾਂਤ ਹੈ, ਨਾ ਕਿ ਪਦਾਰਥ ਦਾ ਮਨੁੱਖੀ ਸੋਚ ਵਿਚਾਰ, ਇੱਛਾ ਜਾਂ ਉਸਦੇ ਸ਼ੌਕ ਸੁਪਨਿਆਂ ਵੱਲ। ਜਰਾ ਸਿਰ ਖੁਰਕ ਕੇ ਦੱਸੋ ਕਿ ਤੁਹਾਡੇ ਹੱਥ ਵਿੱਚੋਂ ਤਿਲਕਿਆ ਕੱਚ ਦਾ ਬਰਤਨ ਧਰਤੀ ਦੇ ਆਕਰਸ਼ਣ ਦੀ ਪਰਵਾਹ ਕਰੇਗਾ ਜਾਂ ਤੁਹਾਡੇ ਉਸ ਭਾਵਨਾਤਮਕ ਰਿਸ਼ਤੇ ਦੀ ਜਿਹੜਾ ਉਸ ਬਰਤਨ ਨਾਲ ਇਸ ਲਈ ਜੁੜਿਆ ਹੁੰਦਾ ਹੈ ਕਿ ਉਹ ਸੁੰਦਰ ਹੀ ਨਹੀਂ ਸਗੋਂ ਮਹਿੰਗਾ ਵੀ ਸੀ। ਦੂਜੇ ਸ਼ਬਦਾਂ ਵਿੱਚ ਕਿ ਜੇਕਰ ਆਕਰਸ਼ਣ ਦਾ ਸਿਧਾਂਤ ਮਨੁੱਖੀ ਮਨੋਕਾਮਨਾਵਾਂ ਨਾਲ ਕੋਈ ਸੰਬੰਧ ਰੱਖਦਾ ਹੋਵੇ, ਤਦ ਭਲਾ ਇਹ ਕਿਵੇਂ ਸੰਭਵ ਹੈ ਕਿ ਮਹਿੰਗਾ ਅਤੇ ਸੁੰਦਰ ਹੋਣ ਕਾਰਨ ਕੱਚ ਦਾ ਉਹ ਬਰਤਨ ਜਿਸ ਵਿੱਚ ਤੁਹਾਡੀ ਜਾਨ ਅਟਕੀ ਹੋਈ ਹੋਵੇ, ਉਹ ਤੁਹਾਡੇ ਹੱਥੋਂ ਤਿਲਕ ਜਾਵੇ ਤੇ ਟੁੱਟ ਫੁੱਟ ਜਾਵੇ ਜ਼ਮੀਨ ਉੱਤੇ ਡਿੱਗ ਕੇ। ਜੇਕਰ ਆਕਰਸ਼ਣ ਨੂੰ ਭਾਵਨਾਤਮਕ ਖਿੱਚ ਵਜੋਂ ਲੈ ਲਈਏ, ਤਦ ਕੀ ਕਿਸੇ ਖੂਬਸੂਰਤ ਲੜਕੀ ਵੱਲ ਕੋਈ ਇੱਕ ਹੀ ਨੌਜਵਾਨ ਆਕਰਸ਼ਿਤ ਹੁੰਦਾ ਹੈ? ਨਹੀਂ। ਸੋ ਹੁਣ ਜੇਕਰ ਉਹ ਸੁੰਦਰ ਲੜਕੀ ਕਿਸੇ ਇੱਕ ਨੌਜਵਾਨ ਨੂੰ ਮਿਲ ਜਾਂਦੀ ਹੈ, ਤਦ ਬਾਕੀ ਨੌਜਵਾਨਾਂ ਦੇ ਆਕਰਸ਼ਣ ਦਾ ਕੀ ਬਣੇਗਾ? ਸ਼ਾਇਦ ਇੱਥੇ ਜਵਾਬ ਮਿਲੇ ਕਿ ਉਹਨਾਂ ਲਈ ਹੋਰ ਖੂਬਸੂਰਤ ਲੜਕੀਆਂ ਹੋਣਗੀਆਂ, ਪਰ ਯਾਦ ਰੱਖੋ ਕਿ ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਨਹੀਂ ਲੈਂਦੀ। ਨੌਜਵਾਨਾਂ ਦੇ ਮਨਾਂ ਵਿੱਚ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਜਿਹੜੀ ਥਾਂ ਹੈ, ਕੀ ਉਸ ਦੀ ਥਾਂ ਕੋਈ ਹੋਰ ਲੜਕੀ ਲੈ ਸਕਦੀ ਹੈ? ਰਹੀ ਗੱਲ ਸਕਾਰਾਤਮਕ ਸੋਚ ਦੀ, ਭਲਾ ਇਹ ਸਕਾਰਾਤਮਕ ਸੋਚ ਪੈਦਾ ਕਿੱਥੋਂ ਹੋਵੇਗੀ? ਬਿਨਾਂ ਸ਼ੱਕ ਨਕਾਰਾਤਮਕ ਸੋਚ ਵਿੱਚੋਂ, ਜਿਸ ਕਾਰਨ ਇਹ ਸਿੱਧ ਹੁੰਦਾ ਹੈ ਕਿ ਸਾਡੀ ਸੋਚ ਦੀਆਂ ਦੋਵੇਂ ਹੀ ਕਿਸਮਾਂ ਸਾਡੀ ਮਾਨਸਿਕਤਾ ਵਿੱਚ ਇੱਕ ਸਮਾਨ ਮਾਤਰਾ ਵਿੱਚ ਹੋਣੀਆਂ ਲਾਜ਼ਮੀ ਹਨ, ਕਿਉਂਕਿ ਨਕਾਰਾਤਮਕ ਅਤੇ ਸਕਾਰਾਤਮਕ ਸੋਚ ਦੋਵੇਂ ਇੱਕ ਦੂਜੀ ਵਿੱਚੋਂ ਹੀ ਪੈਦਾ ਹੁੰਦੀਆਂ ਹਨ। ਸਭ ਠੀਕ ਹੈ, ਤੁਸੀਂ ਤਦ ਹੀ ਆਖ ਸਕਦੇ ਹੋ ਜਦ ਤੁਹਾਨੂੰ ਬੁਰੇ ਦਾ ਵੀ ਚੰਗੀ ਤਰ੍ਹਾਂ ਅਹਿਸਾਸ ਹੁੰਦਾ ਹੈ, ਗਿਆਨ ਹੁੰਦਾ ਹੈ ਕਿ ਬੁਰਾ ਕੀ ਹੁੰਦਾ ਹੈ। ਕੀ ਪਹਿਲਾਂ ਅਧਿਐਨ ਪੜਤਾਲ ਦੁਆਰਾ ਨਕਾਰਾਤਮਕ ਵਸਤ ਵਰਤਾਰਿਆਂ ਤੋਂ, ਉਹਨਾਂ ਦੇ ਕਾਰਨਾਂ ਤੋਂ ਜਾਣੂ ਹੋ ਕੇ ਅਤੇ ਉਹਨਾਂ ਖਿਲਾਫ ਸੰਘਰਸ਼ ਦਾ ਆਗਾਜ਼ ਕਰਕੇ ਸਕਾਰਾਤਮਕ ਸੋਚ ਪੈਦਾ ਕਰਨ ਲਈ
ਸਮਾਜ ਦੀਆਂ ਚੰਗੀਆਂ ਪਦਾਰਥਕ ਹਾਲਤਾਂ ਪੈਦਾ ਕਰਨ ਦੀ ਕੋਈ ਲੋੜ ਨਹੀਂ ਹੁੰਦੀ। ਪ੍ਰਵਚਨ ਮਿਲਦੇ ਹਨ ਕਿ ਮਨੁੱਖ ਇਹ ਸਕਾਰਾਤਮਕ ਸੋਚ ਰੱਖੇ ਕਿ ਉਹ ਜੋ ਵੀ ਚਾਹੇ ਹਾਸਲ ਕਰ ਸਕਦਾ ਹੈ। ਪਰ ਕਿਵੇਂ ਹਾਸਲ ਕਰ ਸਕਦਾ ਹੈ? ਵਿਗਿਆਨ ਅਤੇ ਟੈਕਨੋਲੋਜੀ ਦਾ ਲਾਭ ਉਹ ਕਰੋੜਾਂ ਮਿਹਨਤਕਸ਼ ਲੋਕ ਭਲਾ ਕਿੰਨਾ ਕੁ ਉਠਾਉਂਦੇ ਹਨ, ਜਿਨ੍ਹਾਂ ਲਈ ਆਪਣੇ ਚੁੱਲ੍ਹੇ ਦੀ ਸਮੱਸਿਆ ਲਈ ਹੀ ਨਜਿੱਠਣਾ ਮੁਸ਼ਕਲ ਹੁੰਦਾ ਹੈ। ਕੀ ਕਰੋਨਾ ਲਾਕਡਾਊਨ ਦੌਰਾਨ ਮਜ਼ਦੂਰਾਂ ਨੂੰ, ਜਿਹੜੇ ਹਜ਼ਾਰਾਂ ਮਜ਼ਦੂਰ ਤੁਰ ਕੇ ਗਏ ਆਪਣੇ ਟਿਕਾਣਿਆਂ ਉੱਤੇ, ਕੀ ਉਹਨਾਂ ਨੂੰ ਪੈਦਲ ਤੁਰ ਕੇ ਆਪਣੇ ਘਰਾਂ ਵੱਲ ਜਾਣ ਦਾ ਕੋਈ ਸ਼ੌਕ ਸੀ? ਉਹਨਾਂ ਕੋਲ ਇਹ ਭਰੋਸਾ ਕਰਨ ਤੋਂ ਬਿਨਾਂ ਹੋਰ ਕੋਈ ਰਾਹ ਹੀ ਨਹੀਂ ਸੀ ਕਿ ਉਹ ਤੁਰ ਕੇ ਹੀ ਆਪਣੀ ਮੰਜ਼ਿਲ ਤੱਕ ਪਹੁੰਚ ਜਾਣਗੇ। ਫਿਰ ਕੀ ਕੁਦਰਤ ਨੇ ਉਹਨਾਂ ਲਈ ਕੋਈ ਹਵਾਈ ਜਹਾਜ਼ ਭੇਜ ਦਿੱਤਾ ਸੀ? ਕਿਉਂਕਿ ਪ੍ਰਚਾਰਿਆ ਜਾਂਦਾ ਹੈ ਕਿ ਮਨੁੱਖ ਜੋ ਵੀ ਸੱਚੇ ਮਨੋਂ ਚਾਹੁੰਦਾ ਹੈ, ਕੁਦਰਤ ਦੀ ਹਰ ਸ਼ੈ ਉਸ ਦੀ ਚਾਹਤ ਪੂਰੀ ਕਰਨ ਵਿੱਚ ਰੁੱਝ ਜਾਂਦੀ ਹੈ। ਕੀ ਉਹਨਾਂ ਦੀ ਚਾਹਤ ਉੱਤੇ ਕੋਈ ਸ਼ੱਕ ਹੈ? ਕੀ ਉਹਨਾਂ ਨੇ ਸੱਚੇ ਮਨੋਂ ਕੁਝ ਨਹੀਂ ਚਾਹਿਆ? ਭਲਾ ਮੁੱਠੀ ਪਰ ਧਨਾਡਾਂ ਤੋਂ ਬਿਨਾਂ ਕਿੰਨੇ ਲੋਕ ਹਨ ਜਿਹੜੇ ਜੋ ਵੀ ਚਾਹੁੰਦੇ ਹੋਣ ਉਹ ਹੀ ਪ੍ਰਾਪਤ ਕਰ ਲੈਂਦੇ ਹੋਣ। ਇੱਕ ਤਰਫਾ ਸੋਚ ਰੱਖਣ ਵਾਲੇ ਉਹ ਬੱਚੇ ਹੁੰਦੇ ਹਨ ਜਿਨ੍ਹਾਂ ਨੇ ਦੁਨੀਆ ਨੂੰ ਹਾਲੇ ਦੇਖਿਆ ਸਮਝਿਆ ਹੀ ਨਹੀਂ ਹੁੰਦਾ। ਉਹ ਸ਼ਕਤੀਮਾਨ ਬਣ ਕੇ ਗੋਲ-ਗੋਲ ਘੁੰਮਦੇ ਹੋਏ ਕਿਧਰੇ ਉੱਡ ਜਾਣਾ ਚਾਹੁੰਦੇ ਹਨ, ਕਿਉਂਕਿ ਉਹਨਾਂ ਕੋਲ ਆਪਣੀ ਇਸ ਇੱਛਾ ਤੋਂ ਬਿਨਾਂ ਦੂਜੀ ਕੋਈ ਸੋਚ ਹੁੰਦੀ ਹੀ ਨਹੀਂ ਕਿ ਅਜਿਹਾ ਨਹੀਂ ਹੋ ਸਕਦਾ। ਨਤੀਜੇ ਵਜੋਂ ਕਈ ਬੱਚੇ ਮਕਾਨਾਂ ਦੀਆਂ ਛੱਤਾਂ ਤੋਂ ਡਿੱਗੇ ਸਨ ਜਦੋਂ ਬੱਚੇ ਟੀਵੀ ਉੱਤੇ ਸ਼ਕਤੀਮਾਨ ਦੇਖਿਆ ਕਰਦੇ ਸਨ। ਕੀ ਅਜੋਕੇ ਜਮਾਤੀ ਸਮਾਜ ਵਿੱਚ ਲੋਕਾਂ ਅਤੇ ਜੋਕਾਂ ਦੇ ਹਿੱਤਾਂ ਦਾ ਭੇੜ ਨਜ਼ਰ ਅੰਦਾਜ਼ ਕਰਕੇ ਵੀ ਸਾਡਾ ਸਕਾਰਾਤਮਕ ਸੋਚ ਦੇ ਮਾਲਕ ਬਣਨਾ ਸਹੀ ਹੋਵੇਗਾ? ਕੀ ਉਹ ਲੋਕਾਂ ਦੀ ਸਕਾਰਾਤਮਕ ਸੋਚ ਹੀ ਨਹੀਂ ਹੁੰਦੀ ਜਿਹੜੀ ਸਿਆਸੀ ਖੇਤਰ ਵਿੱਚ ਆਪਣੇ ਧਰਮ ਜਾਂ ਆਪਣੀ ਜਾਤ ਦੇ ਉਮੀਦਵਾਰ ਨੂੰ ਜਿਤਾਉਂਦੀ ਹੈ? ਕੀ ਮਤਦਾਨ ਕਰਨ ਵਾਲੇ ਲੋਕਾਂ ਨੇ ਸੁਨਹਿਰੀ ਸੁਪਨੇ ਨਹੀਂ ਦੇਖੇ ਹੁੰਦੇ ਕਿ ਸਾਡਾ ਬੰਦਾ ਰਾਜਨੀਤੀ ਵਿੱਚ ਜਾ ਕੇ ਸਾਡੇ ਭਲੇ ਲਈ ਹੀ ਕੰਮ ਕਰੇਗਾ? ਭਲਾ ਉਸ ਬੰਦੇ ਦੇ ਜਿੱਤ ਜਾਣ ਪਿੱਛੋਂ ਉਸ ਬੰਦੇ ਨੂੰ ਜਿਤਾਉਣ ਵਾਲੇ ਲੋਕਾਂ ਨੂੰ ਜੋ ਕੁਝ ਮਿਲਦਾ ਹੈ, ਕੀ ਉਸ ਨੂੰ ਧੋਖਾ ਨਹੀਂ ਆਖਦੇ? ਬਿਨਾਂ ਸ਼ੱਕ ਹਾਲਾਤ ਜਾਂ ਕਿਸੇ ਮਨੁੱਖ ਤੋਂ ਬੁਰੇ ਵਿਵਹਾਰ ਦੀ ਉਮੀਦ ਕਰਨਾ ਸਾਡੀ ਨਕਾਰਾਤਮਕ ਸੋਚ ਹੈ। ਖੁੱਲ੍ਹੀਆਂ ਅੱਖਾਂ ਵਾਲੇ ਕਬੂਤਰ ਦੇ ਮਨ ਵਿੱਚ ਨਕਾਰਾਤਮਕ ਸੋਚ ਪੈਦਾ ਹੋਣਾ ਸੁਭਾਵਿਕ ਹੀ ਹੁੰਦਾ ਹੈ ਕਿ ਬਿੱਲੀ ਉਸ ਨੂੰ ਖਾ ਜਾਵੇਗੀ। ਤਦ ਉਸ ਦੀ ਇਹ ਨਕਾਰਾਤਮਕ ਸੋਚ ਹੀ ਉਸ ਨੂੰ ਬਿੱਲੀ ਦੀ ਖੁਰਾਕ ਬਣਨ ਤੋਂ ਬਚਾ ਲੈਂਦੀ ਹੈ। ਜਦ ਉਹ ਉੱਥੋਂ ਉੱਡ ਜਾਂਦਾ ਹੈ, ਕਿਹੜੇ ਉੱਡ ਜਾਂਦਾ ਉਹ। ਇੱਥੇ ਉਸ ਦੀ ਨਕਾਰਾਤਮਕ ਸੋਚ ਵਿੱਚੋਂ ਹੀ ਸਕਾਰਾਤਮਕ ਸੋਚ ਪੈਦਾ ਹੋਈ ਹੁੰਦੀ ਹੈ ਕਿ ਜੇਕਰ ਉਹ ਉੱਥੋਂ ਉੱਡ ਜਾਵੇ ਤਦ ਬਿੱਲੀ ਉਸ ਨੂੰ ਨਹੀਂ ਖਾ ਸਕੇਗੀ। ਜ਼ਿੰਦਗੀ ਮਾਣਨ ਦੇ ਦੂਜੇ ਰਾਹ ਵਿੱਚ ਲੋਕ ਇਸ ਨੂੰ ਸਫਲ ਬਣਾਉਣ ਦੀ ਉਮੀਦ ਵਿੱਚ ਜਿਹੜੇ ਪਹਿਲੇ ਢੰਗ ਦੀ ਵਰਤੋਂ ਕਰਦੇ ਹਨ ਉਸ ਦਾ ਜ਼ਿਕਰ ਅਸੀਂ ਕਰ ਚੁੱਕੇ। ਪਰ ਦੂਜਾ ਢੰਗ ਹੈ ਅਧਿਆਤਮਵਾਦ ਦਾ। ਇਸ ਬਾਰੇ ਅਸੀਂ ਸਭ ਜਾਣਦੇ ਹੀ ਹਾਂ, ਸੋ ਵਿਸਥਾਰਤ ਚਰਚਾ ਨਹੀਂ ਕਰਾਂਗੇ। ਲੋਕੀ ਜੀਵਨ ਦੇ ਹਰ ਖੇਤਰ ਵਿੱਚ ਤਰੱਕੀ ਲਈ, ਬਿਮਾਰੀਆਂ ਅਤੇ ਰੋਜ਼ਾਨਾ ਜੀਵਨ ਦੀਆਂ ਸਮੱਸਿਆਵਾਂ ਤੋਂ ਬਚਣ ਲਈ, ਪੁੱਤਰਾਂ ਦੀ ਪ੍ਰਾਪਤੀ ਲਈ ਅਤੇ ਆਪਣੀ ਹਰ ਮਨੋਕਾਮਨਾ ਪੂਰੀ ਕਰਵਾਉਣ ਲਈ ਧਾਰਮਿਕ ਕਰਮਕਾਂਡ ਜਾਂ ਨਿੱਤ ਨਵੇਂ ਪੀਰਾਂ ਫਕੀਰਾਂ ਦੇ ਡੇਰਿਆਂ 'ਤੇ ਆਪਣਾ ਸਮਾਂ, ਪੈਸਾ ਅਤੇ ਉਮਰਾਂ ਬਰਬਾਦ ਕਰਦੇ ਹਨ। ਸੋ ਹੁਣ ਤੱਕ ਅਸੀਂ ਜ਼ਿੰਦਗੀ ਮਾਣਨ ਦੇ ਉਹ ਦੋ ਰਾਹ ਜਿਹੜੇ ਸਾਡੇ ਸਮਾਜ ਵਿੱਚ ਪ੍ਰਚਲਿਤ ਹਨ ਉਹਨਾਂ ਦੀ ਚਰਚਾ ਅਸੀਂ ਕਰ ਚੁੱਕੇ ਹਾਂ। ਹੁਣ ਅਸੀਂ ਚਰਚਾ ਕਰਾਂਗੇ ਕਿ ਜ਼ਿੰਦਗੀ ਮਾਣਨ ਦਾ ਇੱਕੋ ਇੱਕ ਰਾਹ ਕਿਹੜਾ ਹੈ। ਜੀਵਨ ਦਾ, ਸਮਾਜ ਦਾ, ਦੇਸ਼ ਦੁਨੀਆ ਦਾ ਅਤੇ ਪੂਰੇ ਬ੍ਰਹਿਮੰਡ ਦਾ ਗਿਆਨ ਹੀ ਜ਼ਿੰਦਗੀ ਮਾਣਨ ਦਾ ਇੱਕੋ ਇੱਕ ਰਾਹ ਹੈ। ਸਾਥੀਓ, ਅਸੀਂ ਮੰਨਦੇ ਹਾਂ ਕਿ ਪੈਸੇ ਤੋਂ ਬਿਨਾਂ ਸਾਡੇ ਰੋਜ਼ਾਨਾ ਜੀਵਨ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਸਕਦੀਆਂ।
ਪਰ ਪੈਸੇ ਦੀ ਕਮੀ ਦੂਰ ਕਰਨ ਦਾ ਰਾਹ ਵੱਧ ਤੋਂ ਵੱਧ ਪੈਸਾ ਕਮਾਉਣ ਲਈ ਮਸ਼ੀਨੀ ਪੁਰਜਾ ਬਣਨਾ ਨਹੀਂ ਹੈ। ਸਾਨੂੰ ਗਿਆਨ ਹੋਣਾ ਚਾਹੀਦਾ ਹੈ ਕਿ ਆਰਥਿਕ ਗਰੀਬੀ ਦੋ ਕਿਸਮ ਦੀ ਹੁੰਦੀ ਹੈ। ਇੱਕ ਹੁੰਦੀ ਹੈ ਵਿਅਕਤੀਗਤ ਗਰੀਬੀ ਅਤੇ ਦੂਜੀ ਹੁੰਦੀ ਹੈ ਮੁਕਾਬਲਤਨ ਗਰੀਬੀ। ਵਿਅਕਤੀਗਤ ਗਰੀਬੀ ਵਿੱਚ ਕਿਸੇ ਵਿਅਕਤੀ ਦੇ ਸਿਰ ਤੇ ਛੱਤ ਨਾ ਹੋਵੇ ਜਾਂ 2 ਵਕਤ ਦੀ ਰੋਟੀ ਨਾ ਪੱਕਦੀ ਹੋਵੇ, ਤਦ ਕਿਸੇ ਸਮਾਜ ਸੇਵੀ ਸੰਸਥਾ ਨੂੰ ਜਾਂ ਫਿਰ ਕਿਸੇ ਵੋਟ ਬਟੋਰੂ ਸਿਆਸੀ ਪਾਰਟੀ ਨੂੰ ਉਸ ਵਿਅਕਤੀ ਦੀ ਸਮੱਸਿਆ ਦੂਰ ਕਰਦੇ ਦੇਖਿਆ ਜਾਂਦਾ ਹੈ। ਪਰ ਤੁਹਾਨੂੰ ਗਿਆਨ ਹੋਣਾ ਚਾਹੀਦਾ ਹੈ ਕਿ ਇਸ ਨਾਲ ਸਾਡੇ ਸਮਾਜ ਵਿੱਚੋਂ ਗਰੀਬੀ ਦਾ ਖਾਤਮਾ ਕਦੇ ਨਹੀਂ ਹੋ ਸਕਦਾ। ਮੁਕਾਬਲਤਨ ਗਰੀਬੀ ਇਹ ਹੁੰਦੀ ਹੈ ਕਿ ਤੁਹਾਡਾ ਜੀਵਨ ਗੁਜ਼ਾਰਾ ਚੰਗਾ ਚੱਲ ਰਿਹਾ ਹੋਵੇ, ਤੁਹਾਡੇ ਰੋਜ਼ਾਨਾ ਜੀਵਨ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹੋਣ, ਪਰ ਫਿਰ ਵੀ ਬਹੁਤ ਸਾਰੇ ਲੋਕਾਂ ਦੇ ਮੁਕਾਬਲੇ ਤੁਸੀਂ ਗਰੀਬ ਹੋਵੋ ਅਤੇ ਤੁਹਾਡੀ ਸਮਾਜ ਵਿੱਚ ਦਸ਼ਾ ਤਰਸਯੋਗ ਗਿਣੀ ਜਾਂਦੀ ਹੋਵੇ। ਸੋ ਇੱਥੇ ਸਾਡੇ ਕੋਲ ਇਸ ਦਾ ਗਿਆਨ ਹੋਣਾ ਲਾਜ਼ਮੀ ਹੈ ਕਿ ਸਾਡੇ ਸਮਾਜ ਵਿੱਚੋਂ ਇਹ ਮੁਕਾਬਲਤਨ ਗਰੀਬੀ ਕਿਵੇਂ ਦੂਰ ਕੀਤੀ ਜਾ ਸਕਦੀ ਹੈ। ਜਦ ਤੱਕ ਸਾਡੇ ਸਮਾਜ ਵਿੱਚੋਂ ਇਸ ਮੁਕਾਬਲਤਨ ਗਰੀਬੀ ਨੂੰ ਖਤਮ ਨਹੀਂ ਕੀਤਾ ਜਾਵੇਗਾ, ਤਦ ਤੱਕ ਸਾਡਾ ਪੈਸਾ ਕਮਾਉਣ ਦੀ ਦੌੜ ਵਿੱਚ ਸ਼ਾਮਲ ਹੋਣ ਦਾ ਕੋਈ ਅਰਥ ਨਹੀਂ। ਸਾਨੂੰ ਕੋਈ ਅੰਦਾਜ਼ਾ ਹੀ ਨਹੀਂ ਅਸੀਂ ਕਿ ਕਿੰਨਾ ਕਮਾ ਸਕੀਏ, ਕਿੰਨਾ ਕਮਾਈਏ ਜਿਸ ਨਾਲ ਸਾਡੀ ਸੰਤੁਸ਼ਟੀ ਹੋ ਸਕੇ। ਜਦ ਤੱਕ ਸਾਡੇ ਸਮਾਜ ਵਿੱਚੋਂ ਇਸ ਮੁਕਾਬਲਤਨ ਗਰੀਬੀ ਨੂੰ ਖਤਮ ਨਹੀਂ ਕੀਤਾ ਜਾਵੇਗਾ। ਸੋ ਕੇਵਲ ਗਿਆਨ ਹੀ ਜ਼ਿੰਦਗੀ ਮਾਣਨ ਦਾ ਇੱਕੋ ਇੱਕ ਰਾਹ ਹੈ। ਗਿਆਨ ਤੋਂ ਬਿਨਾਂ ਮਨੁੱਖ ਕੋਈ ਮਨੁੱਖ ਨਹੀਂ, ਪਸ਼ੂ ਹੀ ਹੋ ਸਕਦਾ ਹੈ। ਜ਼ਿੰਦਗੀ ਦੇ ਸਫ਼ਰ ਵਿੱਚ ਗਿਆਨ ਤੋਂ ਬਿਨਾਂ ਤੁਸੀਂ ਉਸ ਮੁਸਾਫਰ ਵਰਗੇ ਹੁੰਦੇ ਹੋ ਜਿਹੜਾ ਸਫ਼ਰ ਦਾ ਆਨੰਦ ਮਾਣਨ ਦੀ ਥਾਂ ਪੂਰੇ ਸਫ਼ਰ ਦੌਰਾਨ ਗੱਡੀ ਵਿੱਚ ਸੁੱਤਾ ਹੀ ਰਹਿੰਦਾ ਹੈ। ਸਫ਼ਰ ਮੁੱਕਣ ਤੇ ਉਸ ਨੂੰ ਉਸ ਦੀ ਮਰਜ਼ੀ ਤੋਂ ਬਿਨਾਂ ਜਗਾਇਆ ਜਾਂਦਾ ਹੈ, ਉਠਾਇਆ ਜਾਂਦਾ ਹੈ ਜਗਾ ਕੇ ਨੀਂਦ ਵਿੱਚੋਂ। ਤਦ ਉਹ ਦੇਖਦਾ ਹੈ ਕਿ ਉਸ ਦਾ ਬਹੁਤ ਕੁਝ ਚੋਰੀ ਹੋ ਚੁੱਕਾ ਹੈ ਅਤੇ ਤਦ ਉਸ ਨੂੰ ਇਹ ਵੀ ਚੇਤਾ ਆਉਂਦਾ ਹੈ ਕਿ ਕਈ ਟਿਕਾਣੇ ਗੁਜ਼ਰ ਚੁੱਕੇ ਹਨ ਜਿੱਥੇ ਉਸਨੇ ਗੱਡੀ ਵਿੱਚੋਂ ਉਤਰ ਕੇ ਵੱਖੋ ਵੱਖਰਾ ਲੋੜੀਂਦਾ ਸਮਾਨ ਖਰੀਦਣਾ ਸੀ। ਇਸ ਜਮਾਤੀ ਸਮਾਜ ਵਿੱਚ ਅਜਿਹਾ ਕੋਈ ਇਨਸਾਨ ਲੱਭਣਾ ਆਸਾਨ ਨਹੀਂ ਹੈ ਜਿਹੜਾ ਪੂੰਜੀਪਤੀਆਂ ਦੀ ਰਾਜਸੀ ਜਮਾਤ ਦੇ ਅਤੇ ਪੁਜਾਰੀ ਵਰਗ ਦੇ ਫਲਸਫੇ ਤੋਂ ਆਜ਼ਾਦ ਹੋਵੇ। ਲਾਜ਼ਮੀ ਹੈ ਕਿ ਮਿਹਨਤਕਸ਼ ਲੋਕ ਆਪਣੇ ਪਦਾਰਥਵਾਦੀ ਫਲਸਫੇ ਦਾ ਪੂਰਾ ਗਿਆਨ ਹਾਸਲ ਕਰਨ। ਕਈ ਨੌਜਵਾਨ ਮਿਲਦੇ ਰਹਿੰਦੇ ਹਨ ਜੋ ਆਖਦੇ ਹਨ ਕਿ ਉਹ ਮਾਰਕਸਵਾਦੀ ਫਲਸਫੇ ਦਾ ਅਧਿਐਨ ਕਰਨਾ ਚਾਹੁੰਦੇ ਹਨ, ਪਰ ਇਹ ਉਹਨਾਂ ਦੀ ਸਮਝ ਤੋਂ ਬਾਹਰ ਹੀ ਰਹਿੰਦਾ ਹੈ। ਇਹ ਸਹੀ ਹੈ ਕਿਉਂਕਿ ਮਾਰਕਸਵਾਦੀ ਫਲਸਫਾ ਸਮਾਜ ਦਾ ਵਿਗਿਆਨ ਹੈ ਅਤੇ ਕਿਸੇ ਵਿਗਿਆਨ ਨੂੰ ਸਮਝਣਾ ਆਸਾਨ ਨਹੀਂ ਹੁੰਦਾ, ਖਾਸ ਕਰਕੇ ਸਾਡੇ ਸਮਾਜ ਵਿੱਚ ਜਿੱਥੇ ਬਚਪਨ ਤੋਂ ਹੀ ਸਾਨੂੰ ਵਿਗਿਆਨਕ ਸਿੱਖਿਆ ਤੋਂ ਦੂਰ ਰੱਖਿਆ ਗਿਆ ਹੁੰਦਾ ਹੈ। ਉਹਨਾਂ ਦਾ ਸਵਾਲ ਹੁੰਦਾ ਹੈ ਕਿ ਅਸੀਂ ਇਸ ਫਲਸਫੇ ਦੇ ਅਧਿਐਨ ਦੀ ਸ਼ੁਰੂਆਤ ਕਿੱਥੋਂ ਅਤੇ ਕਿਵੇਂ ਕਰੀਏ। ਸੋ ਅਜਿਹੀਆਂ 4 ਕਿਤਾਬਾਂ ਬਾਰੇ ਤੁਹਾਨੂੰ ਅੱਜ ਜਾਣਕਾਰੀ ਦੇ ਰਹੇ ਹਾਂ ਜੋ ਬਹੁਤ ਹੀ ਸੌਖੇ ਢੰਗ ਨਾਲ ਲਿਖੀਆਂ ਹੋਈਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਨੌਜਵਾਨ ਆਪਣੇ ਲੋਕਾਂ ਦੇ ਫਲਸਫੇ ਦਾ ਅਧਿਐਨ ਕਰ ਸਕਦੇ ਹਨ। ਸ਼ਹੀਦ ਭਗਤ ਸਿੰਘ ਦੇ ਸਾਥੀ ਸ਼ਿਵ ਵਰਮਾ ਜੀ ਦੁਆਰਾ ਲਿਖੀ ਗਈ ਕਿਤਾਬ ਮਾਰਕਸਵਾਦੀ ਪਰਿਚੈਮਾਲਾ, ਰੰਗ ਨਾਇਕਮਾ ਦੀ ਕਿਤਾਬ ਬੱਚਿਆਂ ਲਈ ਅਰਥ ਸ਼ਾਸਤਰ, ਲਿਓ ਹਿਊਬਰਮੈਨ ਦੀ ਕਿਤਾਬ ਸਮਾਜਵਾਦ ਬਾਰੇ ਮੁੱਢਲੀ ਜਾਣਕਾਰੀ ਅਤੇ ਬੂਟਾ ਸਿੰਘ ਜੀ ਦੁਆਰਾ ਅਨੁਵਾਦਿਤ ਮਾਰਕਸਵਾਦੀ ਫਲਸਫਾ ਇੱਕ ਜਾਣ ਪਛਾਣ। ਇਹ ਕਿਤਾਬਾਂ ਕਿੱਥੋਂ ਪ੍ਰਾਪਤ ਹੋ ਸਕਦੀਆਂ ਹਨ ਅਤੇ ਹਰੇਕ ਦੀ ਕੀਮਤ ਕਿੰਨੀ ਹੈ, ਇਹ ਤੁਸੀਂ ਮੈਨੂੰ ਸਵਾਲ ਵੀ ਕਰ ਸਕਦੇ ਹੋ ਅਤੇ ਆਪ ਵੀ ਕਿਤਾਬਾਂ ਵਾਲੇ ਸਾਥੀਆਂ ਕੋਲੋਂ ਪੁੱਛ ਪੜਤਾਲ ਕਰ ਸਕਦੇ ਹੋ।